ਇਹ ਮੰਤਰੀ ਆ ਨਾ ਖੁਦ ਰਾਜਾ ਵੜਿੰਗ। ਮੈਂ ਇਸੇ ਨੂੰ ਚੈਲੰਜ ਕਰਦਾ, ਤੂੰ ਖੁਦ ਮੰਤਰੀ ਆ, ਮੈਂ ਤੈਨੂੰ ਬੱਸ ਦਿੰਦਾ ਫ੍ਰੀ ਤੌਰ ਤੇ, ਤੂੰ ਮੈਨੂੰ 1 ਮਹੀਨਾ ਤੱਕ ਹੀ 1 ਦਿਨ ਕਿਸੇ ਰੂਟ ਤੇ ਮੈਨੂੰ ਚਲਾ ਕੇ ਪਤਾ ਨਹੀਂ ਕਿਉਂ ਇੱਕ ਗਿੱਦੜਵਾ ਸੀਟ ਇਹੋ ਜਿਹੀ ਆ ਕਿ ਇੱਥੇ ਇੱਕ ਵਿਲੱਖਣ ਟਾਈਪ ਦਾ ਇਲੈਕਸ਼ਨ ਹੀ ਹੁੰਦਾ, ਸਭ ਤੋਂ ਗਰਮ, ਹਰੇਕ ਤਰ੍ਹਾਂ ਦੇ ਇੱਥੇ ਹੱਥਕੰਡੇ ਅਪਣਾਏ ਜਾਂਦੇ। ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਜਾ ਰਹੀ ਤੁਹਾਡੇ ਕੱਟੜ ਵਿਰੋਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ, ਤੁਹਾਡੀਆਂ ਵੀ ਬੱਸਾਂ ਬੰਦ ਹੋਈਆਂ, ਕੀ ਕਾਰਨ ਰਿਹਾ? ਟੈਕਸ ਕਹਿੰਦੇ ਵੀ ਚੋਰੀ ਕੀਤਾ ਤੁਹਾਡੇ ਵੱਲੋਂ, ਕਹਿੰਦੇ ਸੀਗੇ ਵੀ ਅਸੀਂ ਉੱਥੇ ਜਾ ਕੇ ਚੰਡੀਗੜ੍ਹ ਜਾ ਕੇ ਉਹਨਾਂ ਨੇ ਬਿੱਲ ਵੀ ਦਿੱਤੇ ਹੈ ਨਾ, ਪੇ ਕੀਤੇ ਕਾਫੀ ਬਿੱਲ ਜਿਹੜੇ ਉਹਨਾਂ ਨੇ ਦਾਅਵਾ ਕੀਤਾ। ਲੋਕ ਚਰਚਾ ਵੀ ਇਹ ਕਰਦੇ ਸੀਗੇ ਕਿ ਕਰਜ਼ਾ ਰਾਜੇ ਵੜਿੰਗ ਦਾ ਕਰਜ਼ਾ ਉਤਾਰਦੇ ਕਿਰਦਾਰ ਦੇ ਕਿਤੇ ਡੈਂਪੀ ਢਿੱਲੋਂ ਕਿ ਆਪ ਤਾਂ ਨਹੀਂ ਕਰਜ਼ਾਈ ਹੋ ਗਏ ਤਾਂ ਟੈਕਸ ਨਹੀਂ ਭਰੇ। ਬਾਦਲ ਤੋਂ ਲੱਗਦਾ ਸੀ ਉਮੀਦਾਂ ਸੀਗੀਆਂ ਮਾਫ ਕਰਨਗੇ ਤੁਹਾਨੂੰ 200% ਜੀ। ਪਹਿਲਾਂ ਵੀ ਉਹਨਾਂ ਨੇ ਮਾਫ ਕੀਤਾ ਸੀ, ਪਹਿਲਾਂ ਵੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਸਾਡਾ ਟੈਕਸ ਮਾਫ ਕੀਤਾ। ਕੁਐਸਚਨ ਇਹ ਨਹੀਂਗਾ ਕਿ ਬੱਸਾਂ ਚਲਾ ਦੇ, ਕੋਈ ਫਰਕ ਨਹੀਂ ਪੈਂਦਾ। ਕੁਐਸਚਨ ਇਹ ਆ ਕਿ ਸਾਨੂੰ ਇਹ ਪ੍ਰੂਫ ਕਰੇ ਵੀ ਤੁਸੀਂ ਇੱਥੇ ਚੋਰ ਹੋ। ਅਸੀਂ ਤੈਨੂੰ ਹਜ਼ਾਰਾਂ ਥਾਈਂ ਪ੍ਰੂਫ ਕਰਤਾ ਵੀ ਤੂੰ ਚੋਰ ਆ, ਤੂੰ ਸਾਨੂੰ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋ ਸੱਚ ਬਾਈ ਨਾਲ। ਮੈਂ ਰਣਜੀਤ ਗਿੱਲ। ਗਿੱਦੜਬਾਹਾ ਹਲਕੇ ਦੀ ਸਿਆਸਤ ਦੀ ਗੱਲ ਕਰਾਂਗੇ। ਜੇਕਰ ਗੱਲ ਕੀਤੀ ਜਾਵੇ ਤਾਂ ਸਿਆਸਤੀ ਜਿਹੜਾ ਮਾਹੌਲ ਹੈ ਗਰਮਾਇਆ ਰਹਿੰਦਾ ਹੈ। ਸਾਡੇ ਨਾਲ ਮੌਜੂਦ ਰਹਿਣਗੇ ਗਿੱਦੜਬਾਹਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਡੈਂਪੀ ਢਿੱਲੋਂ ਜੀ, ਤੇ ਆਓ ਉਹਨਾਂ ਦਾ ਸਵਾਗਤ ਕਰ ਲੈਣਾ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਔਰ ਤੁਹਾਡੇ ਇਸ ਮਾਧਿਅਮ ਦੇ ਜ਼ਰੀਏ ਮੈਂ ਸਾਰੀ ਲੋਕਾਂ ਨੂੰ, ਸਾਰੇ ਸਰੋਤਿਆਂ ਨੂੰ ਜੋ ਆਪਣੇ ਇਸ ਚੈਨਲ ਨਾਲ ਜੁੜੇ ਹੋਏ ਆ, ਹੱਥ ਬੰਨ੍ਹ ਕੇ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਸਭ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਦੀ ਗੱਲ ਕਰ ਲੈਂਦੇ ਹਾਂ। ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਗਿੱਦੜਬਾਹਾ ਦੀ ਗੱਲ ਕੀਤੀ ਜਾਵੇ ਤਾਂ? ਗਿੱਦੜਵਾ ਹਮੇਸ਼ਾ ਹੀ ਬੜੀ ਆਪਣਾ ਹੌਟ ਸੀਟ ਰਹੀ ਹੈ ਜੀ। ਸਾਰੀ ਦੁਨੀਆ 'ਤੇ ਮੈਂ ਤਾਂ ਕਹਿਣਾ ਇਲੈਕਸ਼ਨ ਹੁੰਦੇ ਆ, ਹੋ ਕੇ ਚਲੇ ਜਾਂਦੇ ਆ, ਪਰ ਪਤਾ ਨਹੀਂ ਕਿਉਂ ਇੱਕ ਗਿੱਦੜਵਾ ਸੀਟ ਇਹੋ ਜਿਹੀ ਆ ਕਿ ਇੱਥੇ ਇੱਕ ਵਿਲੱਖਣ ਟਾਈਪ ਦਾ ਇਲੈਕਸ਼ਨ ਹੀ ਹੁੰਦਾ, ਸਭ ਤੋਂ ਗਰਮ, ਹਰੇਕ ਤਰ੍ਹਾਂ ਦੇ ਇੱਥੇ ਹੱਥਕੰਡੇ ਅਪਣਾਏ ਜਾਂਦੇ ਆ। ਸੋ ਹੁਣ ਵੀ ਉਹੀ ਚੱਲ ਰਿਹਾ ਜੀ। ਲੱਗਦਾ ਕੋਈ ਪਹਿਲਾਂ ਨਾਲੋਂ ਕੋਈ ਬਦਲਾਅ ਆਵੇਗਾ? ਜਿਸ ਤਰੀਕੇ ਨਾਲ ਪਹਿਲਾਂ ਲੜਾਈਆਂ ਪੜ੍ਹਾਈਆਂ ਹੁੰਦੀਆਂ ਰਹੀਆਂ ਨੇ, ਕੋਈ ਉਸ ਨਾਲ ਬਦਲਾਅ ਆਊਗਾ? ਵਿਕਾਸ ਦੀਆਂ ਗੱਲਾਂ ਕੀਤੀਆਂ ਜਾਣਗੀਆਂ ਜਾਂ ਇੱਕ ਦੂਜੇ ਨੂੰ ਟਾਰਗੇਟ ਹੀ ਕੀਤਾ ਜਾਊਗਾ ਜੀ? ਦੇਖੋ ਜੀ, ਸਾਡੇ ਵੱਲੋਂ ਤਾਂ ਪਹਿਲਾਂ ਵੀ ਕਦੇ ਨਹੀਂ ਇਹੋ ਜਿਹੀ ਲੜਾਈ ਝਗੜੇ ਵਾਲੀ ਕਦੇ ਪਹਿਲ ਹੋਈ। ਅਸੀਂ ਤਾਂ ਹਮੇਸ਼ਾ ਹੀ ਨੀਵਾਂ ਹੋ ਕੇ ਚੱਲਣ ਵਾਲਿਆਂ 'ਚੋਂ ਆ। ਅਤੇ ਹੁਣ ਵੀ ਮੇਰੀ ਤਾਂ ਕੋਸ਼ਿਸ਼ ਇਹੀ ਹੋਊਗੀ ਵੀ ਇਲੈਕਸ਼ਨ ਨੂੰ ਇਲੈਕਸ਼ਨ ਤੱਕ ਹੀ ਸੀਮਤ ਰੱਖਣਾ ਚਾਹੀਦਾ। ਇਹਨਾਂ ਨੂੰ ਲੜਾਈਆਂ ਝਗੜਿਆਂ ਦੇ ਵਿੱਚ ਨਹੀਂ ਪਾਉਣਾ ਚਾਹੀਦਾ, ਕਿਉਂਕਿ ਇਲੈਕਸ਼ਨ ਹੁੰਦਾ ਮਹੀਨਾ 20 ਦਿਨ 45 ਡੇਜ਼ ਦਾ। ਉਦੋਂ ਬਾਅਦ ਜ਼ਿੰਦਗੀ ਦੀ ਰਫਤਾਰ ਨੂੰ ਨੋਰਮਲ ਲੈ ਕੇ ਆ ਜਾਣਾ ਚਾਹੀਦਾ। ਸੋ ਮੈਂ ਤਾਂ ਇਸ ਗੱਲ ਨੂੰ ਬਿਲੀਵ ਕਰਨ ਵਾਲਿਆਂ 'ਚੋਂ ਹਾਂ। ਅਤੇ ਪਰ ਮੇਰੇ ਵਿਰੋਧੀ ਇੰਨੇ ਗਰਮਾ ਕਿ ਉਹ ਆਈ ਨਹੀਂ ਲੱਗਦਾ ਪਤਾ ਗੱਲ ਨੂੰ ਕਿੱਧਰ ਨੂੰ। ਇਲੈਕਸ਼ਨ ਤਾਂ ਰਹਿਣ ਹੀ ਨਹੀਂ ਦਿੰਦੇ, ਉਹ ਕਿਸੇ ਪਾਸੇ ਹੋਰ ਹੀ ਲੈ ਜਾਂਦੇ ਆ। ਹੁਣ ਐਕਤੀ ਵੇਖੋ ਜੀ ਕੀ ਰੰਗ ਵਿਖਾਉਂਦੇ ਆ। ਇੱਕ ਸਰ ਗੱਲ ਕੀਤੀ ਜਾਵੇ, ਜਿਵੇਂ ਟਰਾਂਸਪੋਰਟ ਮਾਫੀਆ ਦੀ ਗੱਲ ਕੀਤੀ ਜਾ ਰਹੀ ਤੁਹਾਡੇ ਕੱਟੜ ਵਿਰੋਧੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ, ਤੁਹਾਡੀਆਂ ਵੀ ਬੱਸਾਂ ਬੰਦ ਹੋਈਆਂ, ਕੀ ਕਾਰਨ ਰਿਹਾ? ਟੈਕਸ ਕਹਿੰਦੇ ਵੀ ਚੋਰੀ ਕੀਤਾ ਤੁਹਾਡੇ ਵੱਲੋਂ ਜੀ? ਨਹੀਂ ਜੀ, ਇਹਦੇ 'ਚ ਦੇਖੋ ਬੜਾ ਅੰਤਰ ਆ ਜੀ। ਇੱਕ ਤਾਂ ਹੁੰਦਾ ਵੀ ਟੈਕਸ ਟੁੱਟਣਾ, ਇੱਕ ਹੁੰਦਾ ਟੈਕਸ ਚੋਰੀ ਕਰਨਾ। ਇਸ ਗੱਲ ਦਾ ਅੰਤਰ ਆ। ਚੋਰੀ ਕਦੇ ਜ਼ਿੰਦਗੀ 'ਚ ਨਹੀਂ ਕੀਤੀ, ਔਰ ਇਹ ਟਰਾਂਸਪੋਰਟ ਮੰਤਰੀ ਆ, ਭਾਲਦੇ ਨੇ ਵੀ ਕਿੱਥੇ ਚੋਰੀ ਕੀਤੀ ਹੈ। ਇਦੋਂ ਵੱਡਾ ਉਹਦਾ ਇਹਨਾਂ ਨੂੰ ਮਿਲ ਨਹੀਂ ਸਕਦਾ। ਇਹਦੇ ਵਿਰੋਧੀਆਂ ਦੀ ਜਿਹੜੀ ਚੀਜ਼ ਆ ਉਹ ਇਹਦੇ ਕੋਲੇ ਉਹਦਾ ਆਪਣਾ ਕੈਬਨਿਟ ਦਾ ਅਹੁਦਾ ਮਿਲ ਗਿਆ। ਸਾਰੇ RTOs DTOs ਇਹਨਾਂ ਕੋਲੇ ਆ। ਸਭ ਤੋਂ ਪਹਿਲੀ ਮੈਂ ਇਹ ਗੱਲ ਕਰਦਾ ਤੁਹਾਡੇ ਮਾਧਿਅਮ ਦੇ ਜ਼ਰੀਏ ਕਿ ਮੈਨੂੰ ਭਾਲ ਕੇ ਦੱਸ ਦੇਣ ਵੀ ਇੱਥੇ ਚੋਰੀ ਕੀਤੀ ਆ, ਮੈਂ ਤੁਹਾਡਾ ਗੁਨਾਹਗਾਰ ਹੋਊਂਗਾ। ਉਹ ਤਾਂ ਕਹਿੰਦੇ ਆ ਨਾ ਵੀ ਟੈਕਸ ਖੜਾ ਹੈ, ਟੈਕਸ ਪੇ ਨਹੀਂ ਕੀਤਾ ਜਾ ਰਿਹਾ ਜੀ। ਟੈਕਸ ਖੜਾ ਹੋਣਾ ਇੱਕ ਵੱਖਰੀ ਗੱਲ ਆ, ਉਹ ਮੈਂ ਮੰਨਦਾ, ਹਿੱਕ ਥਾਪੜ ਕੇ ਮੰਨਦਾ ਵੀ ਹਾਂ ਜੀ ਸਾਡਾ ਟੈਕਸ ਡਿਊ ਆ। ਕਿਉਂ ਡਿਊ ਆ ਇਹ ਤੁਹਾਡੇ ਮਾਧਿਅਮ ਰਾਏ ਮੈਂ ਆਪਣਾ ਦੱਸੂਗਾ। ਪਿਛਲੇ ਸਮੇਂ ਦੇ ਦੌਰਾਨ ਜਦੋਂ ਤੱਕ ਲੋਕਡਾਊਨ ਨਹੀਂ ਹੋਇਆ ਸੀ, ਕੋਵਿਡ ਨਹੀਂ ਆਇਆ ਸੀ, ਸਾਡਾ ਰਿਕਾਰਡ ਕੱਢ ਕੇ ਦੇਖ ਲਓ, ਕਦੇ ਇੱਕ ਲਾਲ ਪੈਸਾ ਵੀ ਨਹੀਂ ਅਸੀਂ ਟੁੱਟਿਆ ਸੀ। ਅਪ ਟੂ ਡੇਟ ਸਾਡਾ ਟੈਕਸ ਸੀ। ਕੋਵਿਡ ਦੇ ਦੌਰਾਨ ਸਾਡਾ ਟੈਕਸ ਟੁੱਟ ਗਿਆ। ਜਦੋਂ ਦੁਬਾਰਾ ਇਹ ਬੱਸਿਸ ਔਨ ਰੋਡਸ ਹੋਈਆਂ ਅਤੇ 50% ਸਾਨੂੰ ਅਲਾਓ ਕਰਤਾ। ਕੁਝ ਪੈਸੰਜਰਸ ਬੜੇ ਡਰੇ ਹੋਏ ਸੀ, ਸਹਿਮੇ ਹੋਏ ਸੀ, ਲੋਕ ਬੜੇ ਘੱਟ ਚੜ੍ਹਦੇ ਸੀ।
ਸਾਡਾ ਇੱਕ ਵਫਦ ਇਕੱਠਾ ਹੋ ਕੇ ਅਸੀਂ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਜੀ ਨੂੰ ਮਿਲੇ, ਪੰਜਾਬ ਦੀ ਟਰਾਂਸਪੋਰਟ ਯੂਨੀਅਨ, ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਕਿ ਮੈਂ FM ਸਾਹਿਬ ਨਾਲ ਅਤੇ CM ਸਾਹਿਬ ਨਾਲ ਗੱਲ ਕਰਕੇ ਤੁਹਾਡਾ ਇਹ ਟੈਕਸ ਅਸੀਂ ਮਾਫ ਕਰਾਂਗੇ। ਅਸੀਂ ਫਿਰ ਉਹੀ ਵਫਦ FM ਸਾਹਿਬ ਨੂੰ ਜਾ ਕੇ ਸਾਰੇ ਜਣੇ ਮਿਲੇ, ਘੱਟੋ ਘੱਟ 60-70 ਆਪਰੇਟਰ ਸੀਗੇ। ਚੰਡੀਗੜ੍ਹ ਦੇ ਵਿੱਚ ਜਾ ਕੇ ਅਸੀਂ FM ਸਾਹਿਬ ਨਾਲ ਸਾਡੀ ਮੀਟਿੰਗ ਹੋਈ। ਇਹਨਾਂ ਦੇ MLA ਸਾਹਿਬਾਨ, ਗ੍ਰੀਨ ਰੋਡਵੇਜ਼ ਦੇ ਮਾਲਕ ਆ ਜਿਹੜੇ ਸਰਦਾਰ ਕੁਸ਼ਲਦੀਪ ਸਿੰਘ ਜੀ ਢਿੱਲੋਂ, ਕਿੱਕੀ ਢਿੱਲੋਂ ਜਿਹਨਾਂ ਨੂੰ ਪਿਆਰ ਨਾਲ ਕਹਿ ਦਿੰਦੇ ਆ, ਉਹ ਸਾਡੇ ਨਾਲ ਸੀ। ਹੁਣ ਉਹੀ ਸਾਨੂੰ ਲੈ ਕੇ ਗਏ, ਉਹਨਾਂ ਨੇ ਹੀ ਸਾਡੀ ਮੀਟਿੰਗ ਅਰੇਂਜ ਕਰਵਾਈ ਸੀ। FM ਸਾਹਿਬ ਨੇ, ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸ ਦਵਾਇਆ, ਕਹਿੰਦੇ ਮੈਨੂੰ ਪਤਾ ਵੀ ਤੁਹਾਤੋਂ ਟੈਕਸ ਨਹੀਂ ਪੇ ਹੁੰਦਾ, ਕਿਉਂਕਿ ਹਾਲਾਤ ਇਹੋ ਜਿਹੇ ਬਣ ਗਏ, ਕੋਵਿਡ ਕਰਕੇ ਸਕੂਲਸ ਬੰਦ ਸੀ, ਕਾਲਜਸ ਬੰਦ ਸੀ, ਪੈਸੇਂਜਰ ਟ੍ਰੈਫਿਕ ਉਹਨਾਂ ਆ ਨਹੀਂ ਰਿਹਾ ਸੀ, ਵੀ ਮੈਂ ਤੁਹਾਡਾ ਬਿਲਕੁਲ 9 ਤੱਕ 30/9/2021 ਤੱਕ ਤੁਹਾਡਾ ਮੈਂ ਟੈਕਸ ਮਾਫ ਕਰੂੰਗਾ, ਜਿਹੜਾ ਪਿਛਲਾ ਮਹੀਨਾ ਲੰਘ ਕੇ ਗਿਆ। ਤੁਸੀਂ ਬੇਫਿਕਰ ਹੋ ਜਾਓ। ਜਦੋਂ ਇੱਕ ਫਾਈਨੈਂਸ ਮਿਨਿਸਟਰ ਇਹ ਵਿਸ਼ਵਾਸ ਤੋਂ ਆਉਂਦਾ ਤੁਹਾਨੂੰ ਵੀ ਤੁਹਾਡਾ ਟੈਕਸ ਮਾਫ ਕਰਾਂਗੇ, ਤੇ ਫਿਰ ਅਸੀਂ ਇਕੱਲੇ ਤਾਂ ਹੈ ਨਹੀਂ ਵੀ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ। ਫਿਰ ਤਾਂ ਅਸੀਂ ਇਹ ਮੰਨ ਲਈਏ ਵੀ ਅਸੀਂ ਇਕੱਲੇ ਹਾਂ ਜਿਨ੍ਹਾਂ ਨੇ ਟੈਕਸ ਨਹੀਂ ਭਰਿਆ। ਸਾਰੀ ਪੰਜਾਬ ਦੀ ਟਰਾਂਸਪੋਰਟ ਆ, ਕਿਸੇ ਨੇ ਵੀ ਨਹੀਂ ਭਰਿਆ, ਇੱਕ ਨੇ ਵੀ ਨਹੀਂ ਭਰਿਆ। ਬੱਸਾਂ ਫਿਰ ਤੁਹਾਡੀਆਂ ਹੀ ਕਿਉਂ ਬੰਦ ਕੀਤੀਆਂ ਜਾ ਰਹੀਆਂ, ਥਾਣਿਆਂ 'ਚ ਲੱਗ ਰਹੀਆਂ, ਕੀ ਕਾਰਨ ਮੰਨਦੇ ਹਨ? ਇਹ ਤੁਹਾਨੂੰ ਵੀ ਪਤਾ ਆਪਣਾ ਗਿੱਲ ਸਾਹਿਬ, ਕਿ ਸਾਡੇ ਨਾਲ ਤਾਂ ਫਿਰ ਆਪਣਾ ਮੰਤਰੀ ਜੀ ਖਾਸ ਪਿਆਰ ਰੱਖਦੇ ਆ, ਕਿਉਂਕਿ ਉਹਨਾਂ ਦੀ ਹਮੇਸ਼ਾ ਸੋਚ ਬੜੀ ਮਾੜੀ ਆ। ਸੋਚ ਮਾੜੀ ਆ ਉਹਨਾਂ ਦੀ। ਇਹ ਸੋਚਦੇ ਆ ਵੀ ਮੈਂ ਜਿਹੜਾ ਮੇਰਾ ਵਿਰੋਧੀ ਆ ਉਹਨੂੰ ਮੈਂ ਕੁਚਲਦਾ, ਉਹਨੂੰ ਮੈਂ ਦਬਾ ਕੇ ਲੈ ਕੇ ਚੱਲਾਂ। ਤੇ ਇੱਕ ਤੁਹਾਡੇ ਦੀ ਐਗਜ਼ਾਮਪਲ ਸੈੱਟ ਕਰ ਦੇਣਾ ਗਿੱਲ ਸਾਹਿਬ, ਇੱਕ ਤੁਸੀਂ ਆਮ ਪੱਤਰਕਾਰ ਹੋ ਤੇ ਬੜੇ ਸਾਦੇ ਜਿਹੇ ਪਰਿਵਾਰ 'ਚੋਂ, ਤੁਹਾਡਾ ਪਿੰਡ ਗੁਰੂਸਰ ਆ, ਤੇ ਦਬੇ ਤਾਂ ਤੁਸੀਂ ਨਹੀਂ ਜੀ। ਤੁਹਾਡੇ ਤੇ ਕਿਹੜਾ ਕੋਈ ਕਸਰ ਛੱਡੀ ਸੀ ਇਹਨਾਂ ਨੇ ਪਰਚੇ ਦੇਣ ਵਾਲੀ ਤੇ ਤੁਹਾਨੂੰ ਦਬਾਉਣ ਵਾਲੀ, ਤੇ ਨਾ ਤੁਹਾਨੂੰ ਖਰੀਦਣ ਵਾਲੀ ਕਸਰ ਛੱਡੀ ਸੀ। ਨਾ ਤੁਸੀਂ ਵਿਕੇ ਹੋ, ਨਾ ਤੁਸੀਂ ਦਬੇ ਹੋ, ਤੇ ਅੱਜ ਵੀ ਤੁਸੀਂ ਉਸੇ ਗਟਸ ਦਾ ਪੱਤਰਕਾਰੀ ਕਰ ਰਹੇ ਹੋ ਜਿਵੇਂ ਪਹਿਲਾਂ ਕਰਦੇ ਸੀ। ਤੇ ਅਸੀਂ ਤਾਂ ਫਿਰ ਵੀ, ਕੀ ਲੱਗਦਾ ਤੁਹਾਨੂੰ ਵੀ ਦਬਾਉਣ ਦੇ ਵਾਸਤੇ ਕੀਤਾ ਜਾ ਰਿਹਾ ਸਾਰਾ ਕੁਝ ਹੀ? ਬਿਲਕੁਲ। ਉਹਨੂੰ ਇਹ ਆ ਜੀ ਵੀ ਮੈਂ ਇਹਨਾਂ ਨੂੰ ਖਤਮ ਕਰਦਾ, ਇਹਨਾਂ ਦੀਆਂ ਬੱਸਾਂ ਮੈਂ ਬੰਦ ਕਰਦਾ, ਟੈਕਸ ਇਹਨਾਂ ਤੋਂ ਭਰਿਆ ਨਹੀਂ ਜਾਣਾ, ਤੇ ਇਹਨਾਂ ਨੂੰ ਮੈਂ ਬਿਲਕੁਲ ਖਤਮ ਕਰਦਾ ਤਾਂ ਕਿ ਇਲੈਕਸ਼ਨ 'ਚ ਮੇਰੇ ਸਾਹਮਣੇ ਨਾ ਆ ਸਕਣ। ਪਰ ਜਿਸ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਅੱਜ ਪੰਜਾਬ ਸਰਕਾਰ ਦਾ ਜਿਹੜਾ ਟੈਕਸ ਬਣਦਾ ਸੀ, ਜੋ ਮਤਲਬ ਕਿ ਸਾਡੇ ਬਣੀ ਏਰੀਏ ਟੁੱਟਿਆ ਹੋਇਆ ਸੀ, ਉਹ ਅਸੀਂ ਅੱਜ ਭਰਤਾ, ਬਿਲਕੁਲ ਕਲੀਅਰ ਕਰਤਾ। ਜਿੰਨਾ ਮਤਲਬ ਕਿ ਅੱਜ ਦੀ ਘੜੀ RTA ਸਾਹਿਬ ਨੇ ਸਾਨੂੰ ਕੱਢ ਕੇ ਦਿੱਤਾ ਸੀ, ਉਹ ਕਲੀਅਰ ਕਰਕੇ ਅਸੀਂ RTA ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਵੀ ਸਾਡੀਆਂ ਬੱਸਾਂ ਛੱਡੋ ਜੀ। ਹੁਣ ਤੁਸੀਂ ਟੈਕਸ 'ਚ ਹੀ ਅੰਦਰ ਦਿੱਤੀਆਂ ਸਾਰੀਆਂ ਬੱਸਾਂ। ਮੇਰਾ ਅਗਲਾ ਸਵਾਲ ਵੀ ਇਹੀ ਸੀ ਜਿਹੜਾ ਤੁਸੀਂ ਜਵਾਬ ਵੀ ਦੇ ਦਿੱਤਾ, ਵੀ ਜਿਵੇਂ ਸੰਨੀ ਭਾਈ ਕਹਿੰਦੇ ਸੀਗੇ ਵੀ ਅਸੀਂ ਉੱਥੇ ਜਾ ਕੇ ਚੰਡੀਗੜ੍ਹ ਜਾ ਕੇ ਉਹਨਾਂ ਨੇ ਬਿੱਲ ਵੀ ਦਿੱਤੇ ਹੈ ਨਾ, ਪੇ ਕੀਤੇ ਕਾਫੀ ਬਿੱਲ ਜਿਹੜੇ ਉਹਨਾਂ ਨੇ ਦਾਅਵਾ ਕੀਤਾ। ਲੋਕ ਚਰਚਾ ਵੀ ਇਹ ਕਰਦੇ ਸੀਗੇ ਕਿ ਕਰਜ਼ਾ, ਰਾਜੇ ਵੜਿੰਗ ਦਾ ਕਰਜ਼ਾ ਉਤਾਰਦੇ ਕਿਰਦਾਰ ਦੇ, ਕਿਤੇ ਡੈਂਪੀ ਢਿੱਲੋਂ ਕਿ ਆਪ ਤਾਂ ਨਹੀਂ ਕਰਜ਼ਾਈ ਹੋ ਗਏ ਤਾਂ ਟੈਕਸ ਨਹੀਂ ਭਰਿਆ ਕਿਤੇ। ਨਹੀਂ ਜੀ, ਇਹੋ ਜਿਹੀ ਕੋਈ ਗੱਲ ਨਹੀਂ। ਪਰਮਾਤਮਾ ਦੀ ਬੜੀ ਬੜੀ ਕਿਰਪਾ। ਇਹ ਛੋਟੀਆਂ ਮੋਟੀਆਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ। ਪਰ ਇੱਕ ਹੁੰਦਾ ਨਾ ਵੀ ਇਕੱਲੇ ਬੰਦੇ ਤੇ ਮਾਰ ਪੈ ਜਾਣੀ, ਇੱਕ ਹੁੰਦਾ ਵੀ ਸਾਰੇ ਆਲਮ ਤੇ ਹੀ ਮਾਰ ਪੈਣੀ, ਜਿਹਨੂੰ ਆਪਾਂ ਆਖਦੇ ਨੇ ਰੱਬ ਦੀ ਕਰੋਪੀ ਸੀ। ਇਹ ਇੱਕ ਰੱਬ ਦੀ ਕਰੋਪੀ ਸੀ। ਤੇ ਨਾਲੇ ਜਿਹੜਾ ਰਾਜੇ ਵੜਿੰਗ ਦਾ ਕਰਜ਼ਾ ਸੀ ਤੇ ਜਿਹੜਾ ਸਾਡਾ ਕਰਜ਼ਾ, ਇਹਦੇ 'ਚ ਬੜਾ ਅੰਤਰ ਆ। ਉਹ ਹੁੰਦੇ ਸੁਣਦੇ ਦਬਸ਼ ਨਾਲ ਪੈਸੇ ਲੋਕਾਂ ਦੇ ਨੱਪ ਕੇ ਰੱਖਦਾ, ਆਪਦੇ ਰੋਹਬ ਨਾਲ, ਆਪਦੇ ਸਿਆਸਤ ਦੇ ਰੁਤਬੇ ਨਾਲ। ਹੁਣ ਤਾਂ ਖੈਰ ਮੰਤਰੀ ਬਣ ਗਿਆ, ਹੁਣ ਤਾਂ ਹੋਰ ਵੀ ਕਰੂਗਾ। ਤੇ ਅਸੀਂ ਹੱਥ ਬੰਨ੍ਹ ਕੇ ਦੇਣ ਵਾਲਿਆਂ 'ਚੋਂ ਆ। ਮੈਂ ਸ਼ਾਇਦ ਤੁਹਾਡੇ ਯਾਦ ਹੋਵੇ, ਮੈਂ ਹਮੇਸ਼ਾ ਇਹ ਗੱਲ ਕਹਿਣੀ ਆ ਵੀ ਦੇਣਾ ਲੈਣਾ ਚੰਦ ਸੂਰਜ ਨੇ ਵੀ ਆ, ਅਸੀਂ ਵੀ ਦੇਣਾ, ਤੁਸੀਂ ਵੀ ਦੇਣਾ, ਹਰੇਕ ਬੰਦੇ ਨੇ ਕੋਈ ਨਾ ਕੋਈ ਕਰਜ਼ ਦੇਣਾ। ਇੱਕ ਹੁੰਦਾ ਹੱਥ ਬੰਨ੍ਹ ਕੇ ਦੇਣਾ, ਦੇਣਾ ਹੱਥ ਬੰਨ੍ਹ ਕੇ ਦੇਣਾ ਜੀ। ਕੋਈ ਇਹ ਨਹੀਂ ਵੀ ਅਸੀਂ ਨਹੀਂ ਦੇਣਾ, ਦੇਣਾ। ਤੇ ਅੱਜ ਦੇਤਾ, ਦੇ ਵੀ ਦਿੱਤਾ, ਔਰ ਹੱਥ ਬੰਨ੍ਹ ਕੇ ਦੇ ਕੇ ਆਏ, ਕੋਈ ਰੋਹਬ ਨਾਲ ਨਹੀਂ ਦੇ ਕੇ ਆਏ, ਕਿਉਂਕਿ ਸਾਡੇ ਸਿਰ ਕਰਜ਼ ਸੀ। ਇਹਨੇ ਮਾਫ ਨਹੀਂ ਕਰਨਾ, ਸਾਨੂੰ ਪਤਾ। ਸਾਡੇ ਆਪਰੇਟਰ ਹਜੇ ਵੀ ਲੱਗੇ ਹੋਏ ਆ ਵੀ ਸ਼ਾਇਦ ਮਾਫ ਕਰ ਦੂਗਾ। ਮੈਂ ਕਿਹਾ ਤੁਸੀਂ ਭੁੱਲ ਜਾਓ, ਇਹ ਮਾਫ ਨਹੀਂ ਕਰੂਗਾ ਕਦੇ ਵੀ। ਚਲੋ ਅਸੀਂ ਤਾਂ ਭਰਤਾ, ਹੁਣ ਬਾਕੀਆਂ ਦੇ ਕਰਦੇ। ਉਦੋਂ ਮਨਪ੍ਰੀਤ ਬਾਦਲ ਤੋਂ ਲੱਗਦਾ ਸੀ, ਉਮੀਦਾਂ ਸੀਗੀਆਂ ਮਾਫ ਕਰਨਗੇ ਤੁਹਾਨੂੰ? 200% ਜੀ। ਪਹਿਲਾਂ ਵੀ ਉਹਨਾਂ ਨੇ ਮਾਫ ਕੀਤਾ ਸੀ,
ਪਹਿਲਾਂ ਵੀ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਨੇ ਸਾਡਾ ਟੈਕਸ ਮਾਫ ਕੀਤਾ ਸੀ ਕਾਂਗਰਸ ਦੀ ਸਰਕਾਰ ਵੇਲੇ ਕਿ ਇਸੇ ਸਰਕਾਰ ਦੇ ਵਿੱਚ ਜਦੋਂ ਪਿਛਲੇ ਸਾਲ ਲੋਕਡਾਊਨ ਹੋਇਆ ਸੀ ਉਦੋਂ ਵੀ ਉਹਨਾਂ ਨੇ ਮਾਫ ਕੀਤਾ। ਇਹ ਦੇਖੋ ਉਹਨਾਂ ਦੀ ਪਿੱਠ ਸੁਣਦੀ ਆ, ਬੇਸ਼ੱਕ ਉਹ ਕਾਂਗਰਸ ਦੇ ਮੰਤਰੀ ਆ FM, ਬਟ ਜਿਹੜੀ ਗੱਲ ਦੀ ਤਾਰੀਫ ਬਣਦੀ ਆ ਮੈਂ ਕਰੂੰਗਾ। ਉਹਨਾਂ ਨੇ ਸਾਨੂੰ ਮਾਫ ਕੀਤਾ ਸੀ ਔਰ ਉਹਨਾਂ ਨੇ ਫਿਰ ਦੁਬਾਰਾ ਇਹ ਕਿਹਾ ਸੀ ਵੀ ਮੈਂ ਮਾਫ ਕਰੂੰਗਾ, ਕਿਉਂਕਿ ਉਹਨਾਂ ਦੀ ਆਪਦੀ ਵੀ ਟਰਾਂਸਪੋਰਟ ਆ, ਉਹਨਾਂ ਨੂੰ ਵੀ ਪਤਾ ਵੀ ਟੈਕਸ ਨਹੀਂ ਭਰੀਦਾ, ਇਸ ਕਰਕੇ ਉਹ ਕਹਿੰਦੇ ਸੀ ਮੈਂ ਮਾਫ ਕਰੂੰਗਾ। ਹੁਣ ਇਹਦਾ ਤਾਂ ਕੰਮ ਇਹ ਹੈ ਜੀ, ਨਾ ਤਾਂ ਇਹਦੀ ਟਰਾਂਸਪੋਰਟ ਆ, ਨਾ ਇਹਨੂੰ ਟਰਾਂਸਪੋਰਟ ਦੇ ਕੋਈ ਰੂਲਸ ਐਂਡ ਰੈਗੂਲੇਸ਼ਨਸ ਪਤਾ ਵੀ ਇਹ ਕਿਹੜੇ ਹਾਲਾਤਾਂ ਦੇ ਵਿੱਚ ਦੀ ਟਰਾਂਸਪੋਰਟਰ ਗੁਜ਼ਰ ਰਹੇ ਆ। ਇਹਨੇ ਤਾਂ ਇੱਕੋ ਹੀ ਗੱਲ ਕਹੀ ਵੀ ਹੈ ਵੀ ਨਿਊਦੀਪ ਦੀ ਤੇ ਜੁਝਾਰ ਟਰਾਂਸਪੋਰਟ ਦੀ ਤੇ ਬਾਦਲ ਸਾਹਿਬ ਦੀ ਰਾਜਧਾਨੀ ਹੋਈ, ਔਰਬਿਟ ਹੋਈ, ਡਬਲ ਟਰਾਂਸਪੋਰਟ ਹੋਈ, ਵੀ ਜਿੱਤੇ ਤੇ ਆਉਂਦੀ ਆ ਫੜ ਕੇ ਅੰਦਰ ਦੇ ਦਿਓ। ਅਸੀਂ ਵੀ ਹੁਣ ਤੱਕ ਤਾਂ ਚੁੱਪ ਸੀ, ਆਰਾਮ ਨਾਲ ਬੈਠੇ ਰਹੇ ਵੀ ਯਾਰ ਜਦੋਂ ਆਪਾਂ ਗਲਤ ਆ, ਆਪਣਾ ਟੈਕਸ ਆਪਾਂ ਦੇਣਾ ਤੇ ਫਿਰ ਆਪਾਂ ਬੋਲਦੇ ਚੰਗੇ ਨਹੀਂ ਲੱਗਦੇ। ਇਹ ਆਪਾਂ ਨੂੰ ਉਮੀਦ ਸੀ ਵੀ ਮਾਫ ਕਰੂਗਾ, ਇਹਨੇ ਨਹੀਂ ਕੀਤਾ ਮਾਫ। ਚਲੋ ਅਸੀਂ ਆਪਦਾ ਲੋਨ ਲਿਆ, ਕੁਛ ਕੀਤਾ, ਅਸੀਂ ਆਪਦੇ ਏਰੀਅਰਸ ਜਿਹੜੇ ਸਾਡੇ ਬੰਦੇ ਸੀ ਅਸੀਂ ਆਪਦੇ ਭਰਤੇ। ਅੱਜ ਸ਼ਾਮ ਤੋਂ ਹੀ ਬੱਸਾਂ ਸਾਡੀਆਂ ਛੱਡ ਦੇਣਗੇ, ਕਿਉਂਕਿ RTS ਦਾ ਤਾਂ ਇਹੀ ਕਲੇਮ ਆ, ਹੋਰ ਤਾਂ ਕੋਈ ਸਾਡੇ ਤੇ ਐਲੀਗੇਸ਼ਨ ਹੀ ਹੈ ਨਹੀਂ। ਕੋਈ ਇਹ ਨਹੀਂ ਵੀ ਅਸੀਂ ਬਿਨਾਂ ਪਰਮਿਟ ਤੋਂ ਚੱਲਦੇ ਹਾਂ, ਕੋਈ ਇਹ ਨਹੀਂ ਵੀ ਕਈ ਦਿਨਾਂ ਦਾ ਉਹ ਘੁੰਮ ਰਿਹਾ ਵੀ 4 ਬੱਸਾਂ 1 ਨੰਬਰ ਦੀਆਂ ਚੱਲ ਰਹੀਆਂ। ਮੈਨੂੰ ਸਮਝ ਨਹੀਂ ਆਉਂਦੀ ਵੀ ਬੱਸਾਂ ਤਾਂ ਪੂਰੀਆਂ ਨਹੀਂ ਚੱਲ ਰਹੀਆਂ, ਜਿਹੜੀਆਂ ਐਕਚੁਅਲ ਸਾਡੀਆਂ ਬੱਸਾਂ ਜੀ। ਸਾਡੇ ਅੱਜ ਟਾਈਮ, ਮੈਂ ਅੱਜ ਵੀ ਤੁਹਾਨੂੰ ਕਹਿਣਾ, ਅਸੀਂ ਆਪਦੇ ਟਾਈਮ ਪੂਰੇ ਕਵਰ ਨਹੀਂ ਕਰ ਪਾ ਰਹੇ, ਸਵਾਰੀ ਇੰਨੀ ਹੈ ਨਹੀਂ। ਇਹ ਬੱਸਾਂ 'ਚੋਂ ਵੀ ਸਾਡੀਆਂ ਘੱਟੋ ਘੱਟ 15-20 ਬੱਸਾਂ ਦੇ ਟਾਈਮ ਮਿਸ ਪਏ ਆ, ਤੇ ਅਸੀਂ ਐਕਸਟਰਾ ਕਿੱਥੇ ਚਲਾਉਣੀਆਂ। ਤੇ ਨਾਲੇ ਐਕਸਟਰਾ ਬੱਸ ਚਲਾਉਣ ਦਾ ਉਦੋਂ ਫਾਇਦਾ ਹੁੰਦਾ ਸੀ ਜੀ ਜਦੋਂ ਟਿਕਟਾਂ ਵਾਲਾ ਟੈਕਸ ਲੱਗਦਾ ਹੁੰਦਾ ਸੀ, ਉਦੋਂ ਤੁਹਾਨੂੰ ਬੱਚਤ ਹੁੰਦੀ ਸੀ। ਪਹਿਲੀ ਗੱਲ ਤਾਂ ਇਹ ਆ, ਮੈਂ ਤੁਹਾਨੂੰ ਚੈਲੰਜ ਕਰਦਾ ਇਸ ਗੱਲ ਦਾ, ਮੇਰੀ ਬੱਸ ਲੈ ਜਾਓ ਜਿੱਥੇ ਮਰਜੀ, ਰੰਗ ਵੀ ਮੈਂ ਉਹੀ ਕਰਾ ਦੂੰ ਜਿਹੜੇ ਕਹਿਣਗੇ। ਇਹ ਮੰਤਰੀ ਆ ਨਾ ਖੁਦ ਰਾਜਾ ਵੜਿੰਗ, ਮੈਂ ਇਸੇ ਨੂੰ ਚੈਲੰਜ ਕਰਦਾ, ਤੂੰ ਖੁਦ ਮੰਤਰੀ ਆ, ਮੈਂ ਤੈਨੂੰ ਬੱਸ ਦਿੰਦਾ ਫ੍ਰੀ ਤੌਰ ਤੇ, ਤੂੰ ਮੈਨੂੰ 1 ਮਹੀਨਾ ਤੱਕ ਹੀ 1 ਦਿਨ ਕਿਸੇ ਰੂਟ ਤੇ ਮੈਨੂੰ ਚਲਾ ਕੇ ਵਿਖਾ ਦੇ, ਜਾ ਛੱਡੀ ਤੈਨੂੰ ਗੱਲ। ਜਿਹੜੇ ਰੂਟ ਤੇ ਤੇਰਾ ਜੀ ਕਰਦਾ ਨਾ, ਮੈਂ ਤੈਨੂੰ ਓਪਨ ਚੈਲੰਜ ਕਰਦਾ, ਤੂੰ ਬੱਸ ਸਟੈਂਡ ਤੋਂ ਲਾ ਕੇ ਵਿਖਾ ਗੱਡੀ ਆਪਦੀ, ਕੱਢ ਕੇ ਵਿਖਾ। ਤੂੰ ਸਾਨੂੰ ਕਹਿਣਾ ਵੀ ਟਰਾਂਸਪੋਰਟ ਮਾਫੀਆ, ਫਲਾਨਾ ਮਾਫੀਆ, ਮੈਂ ਤੈਨੂੰ ਓਪਨ ਚੈਲੰਜ ਕਰਦਾ ਯਾਰ, ਤੇਰੇ ਨਾਲੋਂ ਵੱਡੀ ਪਾਵਰ ਕਿਸੇ ਕੋਲ ਆ ਨਹੀਂ ਸਕਦੀ। ਮੈਂ ਤੈਨੂੰ ਬੱਸ ਦਿੰਦਾ ਫ੍ਰੀ, ਜਿਹੜੀ ਅੱਜ 35 ਲੱਖ ਦੀ ਬੱਸ ਪੈਂਦੀ ਹੈ। ਸਵੇਰੇ ਤੈਨੂੰ ਮੈਂ ਬੱਸ ਦੇਣਾ, ਤੂੰ ਆਪਣਾ ਮੁਕਤਸਰ ਅੱਡੇ ਚੋਂ ਜਾਂ ਬਠਿੰਡੇ ਅੱਡੇ ਚੋਂ ਕਿਸੇ ਬੱਸ ਸਟੈਂਡ ਚੋਂ ਤੂੰ ਕਾਊਂਟਰ ਤੋਂ ਲਾ ਕੇ ਗੱਡੀ ਕੱਢ ਕੇ ਵਿਖਾ ਦੇ ਮੈਨੂੰ, ਜਾ। ਤੇ ਅਸੀਂ ਤੈਨੂੰ ਰੋਕਦੇ ਵੀ ਨਹੀਂ, ਨਾਲੇ ਤੈਨੂੰ ਇਹ ਵੀ ਗੱਲ ਕਹਿਣਾ, ਲੋਕ ਹੀ ਤੈਨੂੰ ਰੋਕ ਲੈਣਗੇ, ਕਿਉਂਕਿ ਹਰ ਬੱਸ ਸਟੈਂਡ ਦੇ ਵਿੱਚ ਇੱਕ ਟਾਈਮ ਟੇਬਲ ਬਣਿਆ ਹੋਇਆ। ਬਿਲਕੁਲ, ਟਾਈਮ ਟੇਬਲ ਨੂੰ ਲੈ ਕੇ ਵੀ ਕਾਫੀ ਸਵਾਲ ਉੱਠਿਆ ਵੀ ਬਾਦਲਾਂ ਨੂੰ ਜ਼ਿਆਦਾ ਟਾਈਮ ਦਿੱਤਾ ਜਾਂਦਾ ਸੀਗਾ, ਜਿਹੜੀ PRTC ਬੱਸ ਆ ਉਹਨਾਂ ਨੂੰ ਘੱਟ ਦਿੱਤਾ ਜਾਂਦਾ ਸੀਗਾ, ਪ੍ਰਾਈਵੇਟ ਨੂੰ ਹੇਰਾਫੇਰੀ ਚੱਲਦੀ ਸੀ ਇੱਥੇ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ। ਜਿਹੜਾ ਬਾਦਲ ਸਾਹਿਬ ਨਾਲ ਸਾਡੇ ਨਾਲ ਕੋਈ ਕਨੈਕਸ਼ਨ ਨਹੀਂ। ਬਾਦਲ ਸਾਹਿਬ ਆਪਣਾ ਅਬੋਹਰ ਤੋਂ ਪਟਿਆਲਾ ਲਾਈਨ ਤੇ ਚੱਲਦੇ ਆ, ਅਸੀਂ ਬਠਿੰਡੇ ਤੋਂ ਅੰਮ੍ਰਿਤਸਰ ਲਾਈਨ ਤੇ ਚੱਲਦੇ ਆ, ਅਬੋਹਰ ਤੋਂ ਅੰਮ੍ਰਿਤਸਰ ਲਾਈਨ ਤੇ ਚੱਲਦੇ ਆ। ਇਹਨਾਂ ਨਾਲ ਸਾਡਾ ਕੋਈ ਕਨੈਕਸ਼ਨ ਨਹੀਂ। ਸਾਡੇ ਤੁਸੀਂ ਕਿਤੇ, ਮੈਂ ਆਪਦੀ ਗੱਲ ਕਰੂੰਗਾ ਜੀ, ਮੈਂ ਕਿਸੇ ਦੀ ਹੋਰ ਗੱਲ ਨਹੀਂ ਕਰੂੰਗਾ। ਸਾਡਾ ਤੁਸੀਂ 1 ਮਿੰਟ ਕਿਤੇ ਫਾਲਤੂ ਕੱਢ ਦਿਓ, ਜਿੱਥੇ ਇਹਦਾ ਜੀ ਕਰਦਾ ਉੱਥੇ ਟਾਈਮ ਪਾ ਦੇ ਸਾਡੇ, ਜਿੱਥੇ ਇਹਦਾ ਜੀ ਕਰਦਾ, ਕੋਈ ਦਿੱਕਤ ਨਹੀਂ। ਆਲਰੇਡੀ ਚੱਲ ਰਹੀਆਂ, ਫਿਰ ਵੀ ਚੱਲਣਗੀਆਂ। ਭਾਈ ਜੀ ਅਸੀਂ ਮਿਹਨਤ ਕੀਤੀ ਹੈ, ਅਸੀਂ ਥੱਲੋਂ ਗਰਾਊਂਡ ਤੋਂ ਉੱਠ ਕੇ ਗਏ ਹੋਏ ਹਾਂ, ਅਸੀਂ ਗਰਾਊਂਡ ਤੋਂ ਉੱਠ ਕੇ ਗਏ ਹੋਏ ਹਾਂ। ਇੱਕ ਚੀਜ਼ ਦਾ ਪਤਾ ਸਾਨੂੰ, ਨਟ ਦਾ ਪਤਾ ਬੱਸ ਦਾ ਵੀ ਕਿਵੇਂ ਲੱਗਣਾ, ਕਿੱਥੇ ਲੱਗਣਗੇ। ਅਸੀਂ ਕੋਈ ਠੀਕ ਆ, ਥੋੜ੍ਹੀ ਬਹੁਤੀ ਹੈਲਪ ਸਰਕਾਰ ਦੀ ਜ਼ਰੂਰ ਮਿਲ ਜਾਂਦੀ ਆ ਵੀ ਸਾਨੂੰ ਕੋਈ ਨਵੇਂ ਆਪਣਾ ਪਰਮਿਟ ਸ਼੍ਰੋਮਣੀ ਅਕਾਲੀ ਦਲ ਦੀ ਗਵਰਨਮੈਂਟ ਵੇਲੇ ਉਹ ਵੀ 97-98 ਦੇ ਮਿਲੇ ਹੋਏ ਆ ਜੀ, ਕੋਈ ਅੱਜ ਦੇ ਨਹੀਂ ਮਿਲੇ ਹੋਏ। ਇਹ ਇਸ ਗਵਰਨਮੈਂਟ 'ਤੇ ਸਾਨੂੰ ਇੱਕ ਵੀ ਪਰਮਿਟ ਨਹੀਂ ਮਿਲਿਆ, ਇੱਕ ਵੀ ਐਕਸਟੈਂਸ਼ਨ ਜਾਂ ਡਬਲ ਟ੍ਰਿਪ ਨਹੀਂ ਹੋਈ। 10 ਸਾਲ ਦੀ ਮੈਂ ਗਰੰਟੀ ਕਰ ਲੈਣਾ, 10 ਦੀ ਵੀ 13 ਸਾਲਾਂ ਦੀ ਗਰੰਟੀ ਕਰ ਲੈਣਾ, ਇੱਕ ਵੀ ਪਰਮਿਟ ਮਿਲਿਆ ਹੋਵੇ। ਚੱਲਦੀਆਂ ਰਹਿਣਗੀਆਂ ਫਿਰ ਬੱਸਾਂ ਉਵੇਂ ਬੇਖੌਫ ਹੋ ਕੇ ਜਿਵੇਂ ਪਹਿਲਾਂ ਚੱਲਦੀਆਂ ਸੀ। ਭਾਈ ਸਾਹਿਬ, ਤੁਹਾਡੀ ਪੱਤਰਕਾਰੀ ਰੋਕ ਲਈ ਕਿਸ ਨੇ? ਬਹੁਤ ਕੋਸ਼ਿਸ਼ ਕੀਤਾ, ਇਵੇਂ ਜਿਵੇਂ ਸਾਡੀਆਂ ਬੱਸਾਂ ਚੱਲਣਗੀਆਂ। ਸਾਡੇ ਕੋਲ ਪਰਮਿਟ ਆ ਜੀ, ਸਾਡੇ ਕੋਲੇ ਪਰਮਿਟ ਅਪ ਟੂ ਡੇਟ ਆ, ਸਾਡੇ ਕੋਲ ਟਾਈਮ ਟੇਬਲ ਬਣੇ ਹੋਏ ਆ। ਟੈਕਸ ਦਾ ਰੌਲਾ ਸੀ, ਕੱਲੇ ਟੈਕਸ ਦਾ ਰੌਲਾ ਸੀ, ਉਹ ਅਸੀਂ ਭਰਤਾ। ਰੌਲਾ ਕਿੱਥੇ ਆ ਜੀ? ਜੇ ਵੜਿੰਗ ਸਾਹਿਬ ਨਾ ਆਉਂਦੇ ਫਿਰ ਨਹੀਂ ਭਰਦੇ ਸੀਗੇ ਜੀ? ਨਹੀਂ, ਇਹ ਨਹੀਂ। ਦੇਖੋ ਜੀ, ਸਰਕਾਰ ਦਾ ਪੈਸਾ ਕੋਈ ਦੱਬ ਸਕਦਾ? ਸਰਕਾਰ ਦਾ ਪੈਸਾ ਕੋਈ ਦੱਬ ਸਕਦਾ? ਅਸੀਂ ਤਾਂ ਇਹਨਾਂ ਦੀ ਮਿਹਨਤ ਕਰਦੇ ਸੀ, ਰਿਕੁਐਸਟ ਕਰਦੇ ਸੀ। ਅਸੀਂ ਇਕੱਲੇ ਨਹੀਂ, ਸਾਰੇ ਪੰਜਾਬ ਦੇ ਓਪਰੇਟਰ ਇਕੱਠੇ ਹੋ ਕੇ ਵੀ ਜੇ ਸਾਨੂੰ ਮਾਫ ਕਰ ਦਿਓ, ਕਿਉਂਕਿ ਇਹ ਬੜਾ ਔਖਾ ਸਮਾਂ ਟਰਾਂਸਪੋਰਟਰਸ ਤੇ, ਟੈਕਸ ਵਾਕਈ ਨਹੀਂ ਭਰਿਆ ਜਾਂਦਾ, ਵੀ ਜੇ ਤੁਸੀਂ ਸਾਨੂੰ ਇਹ ਰਿਲੀਫ ਦੇ ਦਿੰਦੇ ਵੈਲ ਐਂਡ ਗੁੱਡ, ਤੇ ਜੇ ਨਾ ਦੇ ਦਿੰਦੇ ਤਾਂ ਸਰਕਾਰ ਦੇ ਕਾਗਜ਼ਾਂ ਸਾਡੀ ਚੀਜ਼ ਬੋਲਦੀ ਆ ਜੀ। ਇਹਨਾਂ ਨੇ ਅੱਜ ਨਹੀਂ ਤਾਂ ਸਵੇਰੇ ਲੈ ਲੈਣਾ। ਜਿਹੜਾ ਜ਼ਿਮੀਂਦਾਰ ਕੋਈ ਹਾਲਾ ਮਾਮਲਾ ਨਹੀਂ ਭਰਦਾ ਸੀ,
ਇੱਕ ਦਿਨ ਤਾਂ ਭਰਨਾ ਪੈਂਦਾ ਸੀ ਨਾ ਜੀ। ਪਰ ਇਹਦਾ ਮਤਲਬ ਇਹ ਤਾਂ ਨਹੀਂ ਸੀ ਉਹ ਚੋਰ ਆ। ਚੋਰ ਤਾਂ ਨਹੀਂ ਨਾ ਉਹਨੂੰ ਕਹਿ ਸਕਦੇ ਆਪਾਂ। ਜੇ ਕੋਈ ਬੈਂਕ ਦਾ ਕੋਈ ਜ਼ਿਮੀਂਦਾਰ ਭਰਾ ਡਿਫਾਲਟਰ ਹੋ ਜਾਂਦਾ, ਉਹ ਚੋਰ ਥੋੜ੍ਹੀ ਹੋ ਜਾਂਦਾ। ਚੋਰ ਤਾਂ ਨਹੀਂ ਨਾ ਹੁੰਦਾ। ਕੋਈ ਆਪਣੀ ਕੋਈ ਫਸਲ ਮਰ ਗਈ, ਇੱਕ ਇਸ ਮਹੀਨੇ ਆਪਣੇ ਤੋਂ ਕਿਸ਼ਤ ਨਹੀਂ ਭਰੀ ਗਈ, ਉਹਨੂੰ ਤੁਸੀਂ ਚੋਰ ਥੋੜ੍ਹੀ ਡਿਫਾਲਟ ਕਰੋਗੇ। ਉਹਨੂੰ ਤੁਸੀਂ ਚੋਰ ਨਹੀਂ ਕਹਿ ਸਕਦੇ। ਅਗਲੇ ਵਾਰੀ ਜਦੋਂ ਕੋਈ ਆਪਣੀ ਫਸਲ ਹੁੰਦੀ ਆ, ਉਦੋਂ ਆਪਾਂ ਇਕੱਠਾ ਵਿਆਜ ਭਰ ਦਿੰਦੇ ਆ। ਸਰਕਾਰ ਨੇ ਐਡਾ ਵੱਡਾ ਫਰਾਡ ਕੀਤਾ ਸੀ ਜ਼ਿਮੀਂਦਾਰਾਂ ਨਾਲ, ਕਿਹਾ ਸੀ ਵੀ ਅਸੀਂ ਤੁਹਾਡੇ ਕਰਜ਼ੇ ਮਾਫ ਕਰਾਂਗੇ, ਇਹਨਾਂ ਨੇ ਮਾਫ ਨਹੀਂ ਕੀਤੇ। ਤਾਂ ਕੀ ਜ਼ਿਮੀਂਦਾਰ ਹੁਣ ਟੈਕਸ ਨਹੀਂ ਭਰਨਗੇ? ਆਪਦਾ ਕਰਜ਼ਾ ਜਿਹੜਾ ਉਹਨਾਂ ਸਿਰ ਹੋਇਆ ਹੋਇਆ, ਕੀ ਉਹ ਨਹੀਂ ਭਰਨਗੇ? ਉਹਨਾਂ ਨੂੰ ਤਾਂ ਧੰਦ ਪਿੱਟਣਾ ਹੀ ਪੈਣਾ ਵਿਚਾਰਿਆਂ ਨੂੰ, ਚਾਹੇ ਕੁਛ ਕਰਨ, ਚਾਹੇ ਕੋਈ ਜ਼ਮੀਨ ਵੇਚਣ, ਚਾਹੇ ਕੁਛ ਕਰਨ, ਪਰ ਉਹ ਕਰਜ਼ਾ ਤਾਂ ਉਹਨਾਂ ਨੂੰ ਭਰਨਾ ਪੈਣਾ ਨਾ। ਇਵੇਂ ਜਿਵੇਂ ਸਾਡੀ ਗੱਲ ਆ ਵੀ ਪੈਸਾ ਸਾਨੂੰ ਦੇਣਾ ਹੀ ਪੈਣਾ ਸੀ। ਅਸੀਂ ਤਾਂ ਬੇਨਤੀਆਂ ਕਰਦੇ ਸੀ, ਜੇ ਮੰਨ ਲੈਂਦੇ ਵੈਲ ਐਂਡ ਗੁੱਡ, ਜੇ ਨਾ ਮੰਨਦੇ ਤਾਂ ਫਿਰ ਦੇ ਦਿੰਦੇ ਜੀ। ਉਹ ਅਸੀਂ ਦੇ ਹੀ ਦਿੱਤਾ। ਇੱਕ ਸਰਕਾਰੀ ਬੱਸਾਂ ਨੂੰ ਲੈ ਕੇ ਵੀ ਸਵਾਲ ਉਠਾਏ ਜਾਂਦੇ ਆ ਵੀ ਜਿਹੜੀਆਂ ਗਲਤ ਚਲਾਈਆਂ ਜਾ ਰਹੀਆਂ, ਉਹ ਕਿਸ ਤਰ੍ਹਾਂ ਚਲਾਈਆਂ ਜਾ ਰਹੀਆਂ ਸਰ? ਸਰਕਾਰ ਦੇ ਦਬਾਅ ਨਾਲ ਬਿਲਕੁਲ ਵਿਦਆਊਟ ਪਰਮਿਟ ਬੱਸਾਂ ਚਲਾਈਆਂ ਜਾ ਰਹੀਆਂ। ਸਾਰੇ ਪੰਜਾਬ 'ਚੋਂ ਇੱਕ ਸਬ ਡਿਪੂ ਗਿੱਦੜਬਾਹਾ ਬਣਾਤਾ PRTC ਦਾ। ਇਹ ਸਿਰਫ ਟਾਰਗੇਟ ਉਹੀ ਹੈ ਵੀ ਬਿਨਾਂ ਪਰਮਿਟ ਤੋਂ ਬਣਾਇਆ ਜੀ, ਬਿਨਾਂ ਪਰਮਿਟ ਤੋਂ ਬਣਾਇਆ। ਇਹਦਾ ਕੋਈ ਲਾਸ ਹੁੰਦਾ, ਰੱਬ ਜਾਣੇ ਕੋਈ ਨੇਕੀ ਗੱਲ ਹੋ ਗਈ, ਅਤੇ PRTC ਦਾ ਜਾਂ ਜਿਹਦੇ ਕੋਲੇ ਵੀ ਨਾ ਪਰਮਿਟ ਹੋਇਆ, GM ਦਾ, ਉਹਦਾ ਖਹਿੜਾ ਨਹੀਂ ਛੁੱਟਣਾ। ਜਿਹੜੀ ਗੱਡੀ ਕੋਈ ਵਿਦਆਊਟ ਪਰਮਿਟ ਕੋਈ ਐਕਸੀਡੈਂਟ ਹੋ ਜਾਂਦੀ ਆ, ਉਹਨਾਂ ਦਾ ਖਹਿੜਾ ਨਹੀਂ ਛੁੱਟਣਾ। ਇਹ ਫਿਰ ਵੀ ਉਹਨਾਂ ਨੂੰ ਦਬਾ ਕੇ ਬੱਸਾਂ ਚਲਾ ਰਿਹਾ। ਨਹੀਂ, ਸਾਨੂੰ ਇਸ ਗੱਲ ਨਾਲ ਸਾਨੂੰ ਕੋਈ ਫਰਕ ਨਹੀਂ ਪੈਣਾ। ਜਿੰਨੀ ਮਰਜ਼ੀ ਚਲਾ ਲੇ, ਪ੍ਰੋਪਰ ਟਾਈਮ ਬਣਾਵੇ, ਸਾਡੇ ਨਾਲ ਚਲਾਵੇ। ਜਿੱਥੇ ਇੰਡੀਆਂ ਚੱਲਦੀਆਂ ਉੱਥੇ ਕੋਲ ਭਾਈ ਸਾਹਿਬ ਗਿੱਲ ਸਾਹਿਬ, ਅਸੀਂ ਤਾਂ 2-2 ਮਿੰਟਾਂ ਦੀ ਸਰਵਿਸ ਨਾਲ ਚੱਲ ਰਹੇ ਹਾਂ ਜੀ। ਅਬੋਹਰੋਂ ਲੈ ਕੇ ਪਠਾਨਕੋਟ ਤੱਕ ਜਾਂਦੇ ਆ, ਬਠਿੰਡਿਓਂ ਲੈ ਕੇ ਪਠਾਨਕੋਟ ਤੱਕ ਜਾਂਦੇ ਆ। 2-2 ਮਿੰਟਾਂ ਬਾਅਦ ਬੱਸਾਂ ਚੱਲ ਰਹੀਆਂ। ਸਾਨੂੰ ਕੀ ਫਰਕ ਪੈਂਦਾ ਜੀ? ਭਲਾਂ ਦੀ 100 ਚਲਾ ਦੇ, ਭਲਾਂ ਦੀ 100 ਬੱਸ ਚਲਾ। ਇਹਨਾਂ ਗੱਲਾਂ ਨਾਲ ਸਾਨੂੰ ਕੋਈ ਫਰਕ ਨਹੀਂ ਪੈਂਦਾ। ਕੁਐਸਚਨ ਇਹ ਨਹੀਂ ਗਾ ਕਿ ਬੱਸਾਂ ਚਲਾ ਦੇ, ਕੋਈ ਫਰਕ ਨਹੀਂ ਪੈਂਦਾ। ਕੁਐਸਚਨ ਇਹ ਆ ਕਿ ਸਾਨੂੰ ਇਹ ਪ੍ਰੂਫ ਕਰੇ ਵੀ ਤੁਸੀਂ ਇੱਥੇ ਚੋਰ ਹੋ। ਅਸੀਂ ਤੈਨੂੰ ਹਜ਼ਾਰਾਂ ਥਾਈਂ ਪ੍ਰੂਫ ਕਰਤਾ ਵੀ ਤੂੰ ਚੋਰ ਆ, ਤੂੰ ਸਾਨੂੰ ਇਹ ਪ੍ਰੂਫ ਕਰਕੇ ਵਿਖਾ ਵੀ ਇਹ ਚੋਰ ਆ। ਅਸੀਂ ਚੋਰ ਨਹੀਂ। ਅਸੀਂ ਜੇ ਪੈਸੇ ਦੇਣੇ ਆ ਤਾਂ ਮੰਨਦੇ ਆ ਵੀ ਹਾਂ ਦੇਣੇ ਆ ਯਾਰ, ਹੱਥ ਬੰਨ੍ਹ ਕੇ ਦੇਣੇ ਆ, ਸਰਕਾਰ ਦੇ ਦੇਣੇ ਆ। ਕੋਈ ਹੋਰ ਬੰਦਾ ਹੱਥ ਖੜਾ ਕਰਕੇ ਵਿਖਾਵੇ ਵੀ ਮੇਰੇ ਪੈਸੇ ਦੇਣੇ ਆ। ਵੈਸੇ ਮੰਨਦੇ ਹੋ ਤੁਸੀਂ ਟਰਾਂਸਪੋਰਟ ਜਿਹੜੇ ਸੁਧਾਰ ਹੋਣੇ ਚਾਹੀਦੇ ਆ ਆਮ ਪਬਲਿਕ ਵਾਸਤੇ ਵੀ? ਭਾਈ ਸਾਹਿਬ ਮੈਨੂੰ ਇੱਕ ਚੀਜ਼ ਦੱਸੋ, ਤੁਹਾਡਾ ਪਿੰਡ ਗੁਰੂਸਰ ਆ ਔਰ ਸਭ ਤੋਂ ਵੱਧ ਸਵਾਰੀ ਗੁਰੂਸਰ ਦੀ ਪੈਂਦੀ ਆ। ਕਦੇ ਤੁਹਾਡੇ ਪਿੰਡ ਤੁਸੀਂ ਕੋਈ ਅੱਡੇ ਤੇ ਖੜਾ ਬੰਦਾ ਵੇਖਿਆ ਵੀ ਕੋਈ ਬੱਸ ਨਹੀਂ ਆਈ ਤੇ ਉੱਥੇ ਬੰਦੇ ਅੱਡੇ ਤੇ ਖੜੇ ਰੁਲੀ ਜਾਂਦੇ ਆ? ਇਹ ਸਾਡੀ ਸਰਵਿਸ ਆ ਜੀ, ਸਾਡੀ ਕੁਆਲਿਟੀ ਆ ਜਿਹੜੀ ਅਸੀਂ ਲੋਕਾਂ ਨੂੰ ਦਿੰਦੇ ਹੋ। ਤੁਸੀਂ ਕਿੰਨੇ ਚਿਰ ਦੀ ਪੱਤਰਕਾਰੀ ਕਰਦੇ ਹੋ? ਕਦੇ ਇੱਕ ਟਾਈਮ ਵੀ ਸਾਡਾ ਮਿਸ ਹੋਇਆ ਦੱਸੋ? ਗਿੱਦੜਵੇ ਦੇ ਵਿੱਚ ਜਿੱਥੇ ਜਿੱਥੇ ਵੀ ਸਾਡੀਆਂ ਬੱਸਾਂ ਜਾਂਦੀਆਂ, ਅਸੀਂ ਆਪ ਪਹਿਰਾ ਦਿੰਦੇ ਹਾਂ ਬੱਸਾਂ 'ਤੇ। ਖੁਦ ਅਸੀਂ ਕੁਆਲਿਟੀ, ਕੁਆਂਟਿਟੀ, ਹਰ ਚੀਜ਼ ਅਸੀਂ ਮੇਨਟੇਨ ਕਰਕੇ ਰੱਖੀ ਹੋਈ ਹੈ। ਸਟਾਫ ਨੂੰ ਬੜਾ ਪਿਆਰ ਨਾਲ ਸਮਝਾ ਕੇ ਰੱਖਿਆ ਹੋਇਆ ਵੀ ਆਪਣਾ ਆਪਦਾ ਏਰੀਆ, ਕੋਈ ਲਾਂਭਾ ਜੇ। ਬੜੀ ਵਧੀਆ ਅਸੀਂ ਸਰਵਿਸ ਦਿੰਦੇ ਹਾਂ। ਕਦੇ ਕੋਈ ਟਾਈਮ ਨਹੀਂ ਛੇਤੀ ਕੀਤੀ ਅਸੀਂ ਆਪਣਾ ਮਿਸ ਹੋਣ ਦਿੰਦੇ। ਚਾਹੇ ਕੁਝ 2 ਸਵਾਰੀਆਂ ਆਉਣ, ਚਾਹੇ 100 ਸਵਾਰੀ ਹੋਵੇ, ਟਾਈਮ ਸਾਡਾ ਜਾਂਦਾ ਹੀ ਜਾਂਦਾ, ਕਦੇ ਮਿਸ ਨਹੀਂ ਹੋਇਆ। ਇਹ ਲੋਕਾਂ ਨੂੰ ਨਾਲ ਲਾਇਆ ਹੋਇਆ ਜੀ। ਇਹ ਸਾਡੀ ਦੁਕਾਨਦਾਰੀ ਆ, ਸਾਡਾ ਇਹ ਰੁਜ਼ਗਾਰ ਆ। ਇਸ ਕਰਕੇ ਅਸੀਂ ਇਹਨੂੰ ਪਿਆਰ ਨਾਲ ਰੱਖਿਆ ਹੋਇਆ। ਰੋਡਵੇਜ਼ ਨੂੰ ਕੀ ਹੈ ਜੀ, ਅੱਜ ਹੈਗੇ ਆ, ਸਵੇਰੇ ਇਹਨੇ ਜੇ ਨਾ ਹੋਇਆ ਤਾਂ ਉਹ ਪਤਾ ਨਹੀਂ ਆਉਣਗੇ ਕਿ ਨਾ ਆਉਣਗੇ। ਅੱਗੇ ਵੀ ਚਲਾ ਬਹੁਤ ਵਾਰੀ ਗਏ ਆ ਰੋਡਵੇਜ਼ ਵਾਲੇ। ਕਿੰਨਾ ਕੁ ਚਿਰ ਆਫਟਰ ਨਾਲ ਘਾਟਾ, ਕਿੰਨਾ ਕੁ ਚਿਰ ਪੈਣਗੇ ਜੀ? ਅੱਗੇ ਵੀ ਤੁਹਾਡੇ ਪਿੰਡ ਵਿੱਚ ਦੀ ਰੋਡਵੇਜ਼ਾਂ ਚੱਲੀਆਂ ਹੀ ਸੀ, ਉਹ ਜਦੋਂ ਕੁਝ ਮਿਲਿਆ ਅੱਬ ਛੱਡ ਕੇ ਭੱਜ ਗਏ। ਸਰ ਇੱਕ ਲਾਸਟ ਸਵਾਲ ਸਿਆਸਤ ਨੂੰ ਲੈ ਕੇ ਕਰਾਂਗੇ। ਜਿਸ ਲੋਕਾਂ ਦਾ ਰਿਸਪੌਂਸ ਅਕਾਲੀ ਦਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਿਲ ਰਿਹਾ, ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਲੋਕਾਂ ਦਾ? ਜਿਹੜਾ ਜਿਵੇਂ ਬੇਅਦਬੀ ਕਾਂਡ ਨੂੰ ਲੈ ਕੇ ਸਿਆਸਤ ਕੀਤੀ ਗਈ, ਉਹ ਇਹ ਵੀ ਰੌਲਾ ਚੱਲਿਆ ਹੈ ਨਾ, ਨਸ਼ਿਆਂ ਦਾ ਵੀ ਅਕਾਲੀ ਦਲ 'ਤੇ ਇਲਜ਼ਾਮ ਲੱਗਦੇ ਰਹੇ ਹੈ। ਕਿ ਲੱਗਦਾ ਤੁਹਾਡੇ 'ਤੇ ਅਕਾਲੀ ਦਲ 'ਤੇ ਵਿਸ਼ਵਾਸ ਕਰਨਗੇ ਲੋਕ? ਭਾਈ ਸਾਹਿਬ ਲੋਕ ਬੜੇ ਸਿਆਣੇ ਆ ਜੀ। ਅਖੀਰਲੀ ਗੱਲ ਕਰਕੇ ਮੈਂ ਗੱਲ ਨਿਬੇੜਦਾ। ਆਪਣੇ ਨਾਲੋਂ ਜ਼ਿਆਦਾ ਸਿਆਣੇ ਆ ਜੀ। ਅੱਜ ਕੱਲ੍ਹ ਇੰਨੀ ਅਵੇਅਰਨੈਸ ਆ, ਲੋਕਾਂ ਨੂੰ ਸਾਰਾ ਪਤਾ ਲੱਗ ਗਿਆ A to Z ਵੀ ਕਾਂਗਰਸ ਪਾਰਟੀ ਨੇ ਸਿਰਫ ਇੱਕ ਖੇਡ ਖੇਡੀ ਸੀ। ਇੱਕ ਲੋਕਾਂ ਨੂੰ ਇਹਨਾਂ ਨੇ ਗੁੰਮਰਾਹ ਕੀਤਾ ਸੀ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਵੀ ਬੇਅਦਬੀ ਕਰਤੀ। ਹੁਣ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਇੱਕ ਅਰਦਾਸ ਕੀਤੀ ਸੀ ਵੀ ਜਿਹਨੇ ਬੇਅਦਬੀ ਕੀਤੀ ਆ ਜਾਂ ਕਰਾਈ ਆ ਤੇ ਜਾਂ ਜਿਹਨੇ ਇਹਦੇ 'ਤੇ ਸਿਆਸਤ ਕੀਤੀ ਆ, ਉਹਦਾ ਕੱਖ ਨਾ ਰਵੇ। ਤੇ ਹੁਣ ਤੁਸੀਂ ਹਿਸਾਬ ਲਾ ਲਓ ਵੀ ਕੈਪਟਨ ਸਾਹਿਬ ਵੀ ਤੁਰ ਗਏ, ਤੇ ਸਿੱਧੂ ਸਾਹਿਬ ਵੀ ਰਗੜਤੇ, ਤੇ ਜਾਖੜ ਸਾਹਿਬ ਵੀ ਰਗੜਤੇ।
ਇਹ ਮੇਰੇ ਮਾਲਕ ਦੀ ਕਿਰਪਾ। ਇਹਨਾਂ ਨੇ ਸਭ ਤੋਂ ਵੱਧ ਹੱਥ ਚੱਕੀ ਵੀ ਸੀ, ਤਿੰਨੇ ਰਗੜ ਕੇ ਰੱਖਤੇ ਨਾ, ਜਿਹੜੇ ਬੇਅਦਬੀ ਤੇ ਬੋਲਦੇ ਹੁੰਦੇ ਸੀ। ਉਦੋਂ ਬਾਅਦ ਕੋਈ ਬੋਲਿਆ? ਦੂਜੀ ਗੱਲ, ਪੰਜਾਬ ਦੇ ਲੋਕ ਬੜਾ ਬਿਹਤਰੀਨ ਜਾਣਦੇ ਆ ਕਿ ਅਗਰ ਪੰਜਾਬ ਨੂੰ ਕੋਈ ਬਚਾ ਸਕਦਾ, ਕੱਲਾ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਦੀ ਦਲ ਪਾਰਟੀ ਆ, ਜਿਹਨੂੰ ਆਪਾਂ ਪੰਥਕ ਦਲ ਕਹਿ ਦਿੰਦੇ ਆ। ਕੱਲੇ ਪੰਜਾਬ ਦੇ ਅਸੀਂ ਹਿੱਤ ਵੇਖਣੇ ਆ, ਕੱਲੇ ਪੰਜਾਬ ਦੇ। ਸਾਨੂੰ ਕਿਸੇ ਨਾਲ ਕੋਈ ਲੈਣ ਦੇਣ ਨਹੀਂ, ਨਾ ਹਰਿਆਣੇ ਨਾ ਰਾਜਸਥਾਨ ਨਾ ਹਿਮਾਚਲ ਨਾ ਦਿੱਲੀ ਨਾਲ, ਕੱਲਾ ਪੰਜਾਬ ਦੇਖਣਾ। ਔਰ ਲੋਕ ਇਸ ਗੱਲ ਨੂੰ ਬਿਹਤਰ ਸਮਝਦੇ ਆ ਵੀ ਜੋ ਚੀਜ਼ ਆਪਣੇ ਵਾਸਤੇ ਸ਼੍ਰੋਮਣੀ ਅਕਾਲੀ ਦਲ ਲਿਆ ਕੇ ਦੇ ਸਕਦਾ, ਕੋਈ ਪਾਰਟੀ ਨਹੀਂ ਲਿਆ ਕੇ ਦੇ ਸਕਦੀ, ਨਾ ਆਮ ਆਦਮੀ, ਨਾ ਕਾਂਗਰਸ, ਨਾ ਬੀਜੇਪੀ, ਕਿਉਂਕਿ ਉਹਨਾਂ ਨੇ ਬਾਕੀ ਸਟੇਟਾਂ ਦੇ ਵੀ ਹਿੱਤ ਦੇਖਣੇ ਆ। ਅਸੀਂ ਇਕੱਲਾ ਪੰਜਾਬ ਦਾ ਹਿੱਤ ਦੇਖਣਾ। ਤੇ ਬਾਕੀ ਸ਼੍ਰੋਮਣੀ ਅਕਾਲੀ ਦਲ ਨੇ ਜੋ ਵਾਅਦੇ ਕੀਤੇ ਆ ਪੂਰੇ ਕੀਤੇ ਆ। ਇਹਨਾਂ ਵਾਂਗੂ ਲਾਰੇ ਤੇ ਇਕੱਲੇ ਗੱਪ ਨਹੀਂ ਮਾਰੇ। ਜੋ ਕਿਹਾ ਉਹ ਅਸੀਂ ਕੀਤਾ, ਕੰਮ ਕੀਤੇ ਆ। ਤੇ ਗਾਂ ਤੋਂ ਵੀ ਮੈਂ ਵਿਸ਼ਵਾਸ ਦਿਵਾਉਣਾ ਕਿ ਜੋ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੇ ਕਹਿਤਾ ਚੋਣ ਮੈਨੀਫੈਸਟੋ ਦੇ ਵਿੱਚ, ਉਹ ਅਸੀਂ ਕਰਾਂਗੇ ਪੰਜਾਬ ਵਾਸਤੇ। ਇਹ ਨਹੀਂ ਵੀ ਇਕੱਲੀਆਂ ਗੱਲਾਂ। ਬਿਜਲੀ ਤਾਂ ਇਹਨਾਂ ਨੇ ਮਾਫ ਕਰਤੀ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਐਗਜ਼ਾਮਪਲ ਦੇ ਦੇਣਾ ਵੀ ਅਸੀਂ ਪੁਰਾਣੇ ਬਿੱਲ ਸਾਰੇ ਮਾਫ ਕਰਤੇ ਆਪਣੇ ਕਹਿਣ ਤੇ। ਜਦੋਂ ਆਪਾਂ ਕਿਹਾ ਸੀ ਵੀ ਸਾਡੀ ਸਰਕਾਰ ਬਣ ਲੈਣ ਤੋਂ ਕਰਾਂਗੇ, ਇਹਨਾਂ ਨੇ ਪਹਿਲ ਕਦਮੀ ਕਰਤੀ। ਇਹ ਕਹਿੰਦੇ ਜੀ ਵੀ ਮੀਟਰ ਦੁਆਰ ਤੋਂ ਅਸੀਂ ਨਵੇਂ ਲਾਵਾਂਗੇ, ਤੇ ਥਰਮਲ ਪਲਾਂਟਾਂ 'ਚ ਕੋਲਾ ਮੁੱਕ ਗਿਆ। ਇਹ ਵੀ ਤੁਹਾਡੀਆਂ ਖਬਰਾਂ ਹੀ ਮੈਂ ਤੁਹਾਨੂੰ ਦੱਸ ਰਿਹਾ। ਉਹਨਾਂ ਕੋਲੇ ਆਪਣਾ ਬਿਜਲੀ ਬਣਾਉਣ ਨੂੰ ਕੋਲਾ ਹੈ ਨਹੀਂ। ਇਹੋ ਜਿਹੀਆਂ ਹਰਕਤਾਂ ਨਹੀਂ ਸ਼੍ਰੋਮਣੀ ਅਕਾਲੀ ਦਲ। ਸਮਝੌਤਿਆਂ ਨੂੰ ਲੈ ਕੇ ਅਕਾਲੀ ਦਲ ਤੇ ਵੀ ਕਿਤੇ ਨਾ ਕਿਤੇ ਇਲਜ਼ਾਮ ਤਾਂ ਉਹਨਾਂ ਤੇ ਵੀ ਲੱਗਦੇ ਰਹੇ ਨੇ ਜੀ, ਅਕਾਲੀ ਦਲ ਤੇ ਵੀ ਲੱਗਦੇ ਰਹੇ ਨਾ। ਭਾਈ ਸਾਹਿਬ, ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ। ਅਕਾਲੀ ਦਲ ਨੂੰ ਚਾਹੇ ਤੁਸੀਂ ਲੱਖ ਭੰਡੀ ਜਾਓ, ਪਰ ਤੁਹਾਡੀ ਕਾਰਜਕਾਰੀ ਕਿੱਥੇ ਆ? ਤੁਸੀਂ ਤਾਂ ਸਾਧ ਸੀ ਨਾ, ਤੇ ਸਾਰਾ ਦਿਨ ਕੱਟ ਲੱਗੀ ਜਾਂਦੇ ਆ। ਹੁਣ ਫਿਰ ਤੁਹਾਨੂੰ ਚੋਰ ਚੰਗਾ ਕਿ ਸਾਧ ਚੰਗਾ? ਤੁਹਾਨੂੰ ਤਾਂ ਬਿਜਲੀ ਚਾਹੀਦੀ ਹੈ ਨਾ। ਅਕਾਲੀ ਦਲ ਵੇਲੇ ਮਿਲਦੀ ਸੀ 24 ਘੰਟੇ। ਇਹ ਕਹਿੰਦੇ ਜੀ ਅਸੀਂ ਸਾਧ ਹਾਂ, ਬਿਜਲੀ ਦਿੰਦੇ ਨਹੀਂ। ਫਿਰ ਇਹ ਉਦੋਂ ਤਾਂ ਚੋਰ ਚੰਗੇ ਆ। ਇਹ ਸਿਰਫ ਇੱਕ ਡਰਾਮੇਬਾਜ਼ੀ ਕੀਤੀ ਵੀ ਆ। ਇੱਕ ਇਹਨਾਂ ਨੇ ਗੱਲ ਬਣਾਈ ਵੀ ਆ ਵੀ ਪੌਣੇ 5 ਸਾਲਾਂ ਦਾ ਸਮਝੌਤੇ ਰੱਦ ਨਹੀਂ ਹੋਏ ਇਹਨਾਂ ਤੋਂ। ਹੁਣ ਕਰ ਲੈਣ। ਹੁਣ ਤਾਂ ਸਿਆਸਤ ਚੇਂਜ ਹੋ ਗਈ, ਸਾਰੀ ਇਹਨਾਂ ਦੀ ਮਿਨਿਸਟਰੀ ਬਦਲ ਗਈ, ਤੇ ਹੁਣ ਰੱਦ ਕਰ ਦੇਣ। ਰੱਦ ਇਹਨਾਂ ਤੋਂ ਹੁਣ ਵੀ ਨਹੀਂ ਹੋਣੀ। ਰੱਦ ਇਹਨਾਂ ਤੋਂ ਹੁਣ ਵੀ ਨਹੀਂ ਹੋਣੇ, ਕਿਉਂਕਿ ਕਿਤੇ ਹੀ ਇਸ ਲੈਵਲ ਤੇ ਗਏ ਆ ਕਿ ਉਹ ਰੱਦ ਹੋ ਹੀ ਨਹੀਂ ਸਕਦੇ। ਸੋ ਧੰਨਵਾਦ ਜੀ, ਬਹੁਤ ਬਹੁਤ ਸੱਚ ਬਾਈ ਨੂੰ ਟਾਈਮ ਦੇਣ ਲਈ। ਇਹ ਸਨ ਅਕਾਲੀ ਆਗੂ ਹਰਦੀਪ ਸਿੰਘ ਡੈਂਪੀ ਢਿੱਲੋਂ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ। ਫਿਰ ਮਿਲਾਂਗੇ ਕਿਸੇ ਹੋਰ ਸ਼ਖਸੀਅਤ ਨਾਲ। ਧੰਨਵਾਦ।